शेर सिंह विष्णु भगवान की जय। सो हमारा शेर सिंह विष्णु भगवान की जय। सो हमारा शेर सिंह विष्णु भगवान की जय। सो हमारा शेर सिंह विष्णु भगवान की जय। परमात्मा ਦਾ ਸੰਦੇਸ਼ ਮਾਤ ਲੋਕ ਵਿੱਚ ਇੱਕ ਅਜਿਹੇ ਰੂਪ ਵਿੱਚ ਹੈ। ਹਰ ਜੀਵ ਉਸ ਪਰਮਾਤਮਾ ਦੀ ਆਤਮਾ ਹੈ। ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਲਗਾਉਣ ਵਾਸਤੇ ਪਰਮਾਤਮਾ ਨੇ ਤੁਹਾਡੇ ਤੇ ਰਹਿਮਤ ਕੀਤੀ। ਪਰਮਾਤਮਾ ਦੀ ਉਹ ਰਹਿਮਤ, ਉਹ ਬਖਸ਼ਿਸ਼ ਜੋ ਇੱਕ ਪੰਜ ਤੱਤ ਦੇ ਜੀਵ ਪ੍ਰਾਣੀ ਨੂੰ ਮਿਲਦੀ ਹੈ। ਕੀ ਅਸੀਂ ਉਸ ਤੇ ਵਿਚਾਰ ਕੀਤਾ ਕਿ ਪਰਮਾਤਮਾ ਦੀ ਬਖਸ਼ਿਸ਼ ਕੀ ਹੈ? ਪਰਮਾਤਮਾ ਦਾ ਮਾਤ ਲੋਕ ਵਿੱਚ ਆਉਣਾ ਕਿਉਂ ਹੋਇਆ? ਸ਼ਹਿਨशाह ਜੀ ਨੇ ਫਰਮਾਨ ਕੀਤਾ ਕਿ ਮੈਂ ਤੁਹਾਡੇ ਪੂਰਬਲੇ ਲੈਣੇ ਦੇਣੇ ਨੂੰ ਸੰਪੂਰਨਤਾ ਵਿੱਚ ਪੂਰੇ ਕਰਨ ਵਾਸਤੇ ਸੰਸਾਰ ਦੇ ਵਿੱਚ ਆਪਣਾ ਅਵਤਰੀਕਰਨ ਕੀਤਾ ਹੈ। ਪਰਮਾਤਮਾ ਸਰਬ ਵਿਆਪਕ ਹੈ। ਪਰਮਾਤਮਾ ਆਦ ਜੁਗਾਦ ਤੇ ਮੱਧ ਸਦਾ ਇੱਕੋ ਰੂਪ ਦੇ ਵਿੱਚ ਹੈ। ਪਰਮਾਤਮਾ ਦੇ ਵਿੱਚ ਕਦੀ ਕੋਈ ਅੰਤਰ ਨਹੀਂ ਆਇਆ। ਜਦੋਂ ਵੀ ਅੰਤਰ ਆਇਆ ਤੇ ਜੀਵ ਦੀ ਸੋਚ ਦੇ ਵਿੱਚ ਅੰਤਰ ਆਇਆ, ਪਰਮਾਤਮਾ ਕਦੀ ਅੰਤਰ ਨਹੀਂ ਆਇਆ। ਸ਼ਹਿਨशाह ਜੀ ਨੇ ਮਾਤ ਲੋਕ ਵਿੱਚ ਆਪਣਾ ਪ੍ਰਗਟਾਵਾ ਕੀਤਾ ਇੱਕ ਐਸੇ ਰੂਪ ਵਿੱਚ ਕਿ ਗੁਰਮੁਖੋ, ਮੈਂ ਤੁਹਾਡੇ ਪੂਰਬਲੇ ਲੇਖ ਪੂਰੇ ਕਰਨ ਵਾਸਤੇ ਹੀ ਆਇਆ ਹਾਂ। ਆਪਣਾ ਨਾਮ ਦਿੱਤਾ, ਜੈਕਾਰਾ ਦਿੱਤਾ, ਸੋ ਹਮਾਰਾ ਸ਼ੇਰ ਸੇ ਵਿਸ਼ਨੂੰ ਭਗਵਾਨ ਦੀ ਜੈ। ਸੋ ਪਰਮਾਤਮਾ ਹੰਗ ਆਤਮਾ, ਪਰਮਾਤਮਾ ਤੇ ਆਤਮਾ, ਆਤਮਾ ਤੇ ਪਰਮਾਤਮਾ ਦੀ ਮਿਲਣੀ ਨੂੰ ਸੋਹੰਗ ਦਾ ਰੂਪ ਦਿੱਤਾ। ਤੂੰ ਮੇਰਾ ਤੇ ਮੈਂ ਤੇਰਾ। ਮਹਾਰਾਜ, ਮੈਂ ਸਾਰੇ ਰਾਜਿਆਂ ਦਾ ਰਾਜਾ ਹਾਂ। ਸ਼ੇਰ ਸਿੰਘ ਸਾਰੇ ਸੰਸਾਰ ਨੂੰ ਭੈ ਵਿੱਚ ਰੱਖਣ ਵਾਲੀ ਸਮਰੱਥ ਤਾਕਤ। ਵਿਸ਼ਨੂੰ ਪਰਮਾਤਮਾ ਆਪ ਹੀ ਪ੍ਰਿਤਪਾਲਕ ਬਣਿਆ ਹੈ, ਆਪ ਹੀ ਪਾਲਣਹਾਰ ਹੈ, ਆਪ ਹੀ ਪਰਵਿਸ਼ ਕਰਦਾ ਹੈ। ਭਗਵਾਨ ਦੀ ਜੈ। ਉਸ ਪੁਰਖ ਅਕਾਲ ਦੀ ਸਦਾ ਹੀ ਜੈ ਹੁੰਦੀ ਹੈ, ਜੋ ਨਿਰਗੁਣ ਹੈ, ਨਿਰੰਕਾਰ ਹੈ, ਜੋਤ ਸਰੂਪ ਹੈ, ਸ਼ਬਦ ਦੀ ਤਾਰ, ਆਦ ਜਗਤ ਸੱਚ ਤੇ ਸੱਚ ਪਰਮਾਤਮਾ ਹੈ। ਬਿਨਾਂ ਪੁਰਖ ਅਕਾਲ ਤੋਂ ਹੋਰ ਕੋਈ ਜੈ ਹੋ ਸਕਦੀ ਨਹੀਂ ਸੀ। ਨਿਰਗੁਣ ਜੋਤ ਪੁਰਖ ਅਕਾਲ ਦਾ ਹੀ ਇੱਕ ਇਸ਼ਟ ਮੰਨਣ ਵਾਸਤੇ ਹੁਕਮ ਦਿੱਤਾ। ਸਤਿਗੁਰ ਕੇਵਲ ਸ਼ਬਦ ਨੂੰ ਹੀ ਮੰਨਣਾ। ਪਰਮੇਸ਼ਵਰ ਨੇ ਆਪਣੀ ਰਹਿਮਤ ਕਰਕੇ ਸ਼ਬਦੀ ਜੈਕਾਰੇ ਨੂੰ 5 ਵਾਰ ਬੋਲਣ ਦਾ ਹੁਕਮ ਦਿੱਤਾ। ਅਸੀਂ ਇਸ ਜੈਕਾਰੇ ਨੂੰ 5 ਵਾਰ ਕਿਉਂ ਬੋਲਦੇ ਹਾਂ? ਕਿ ਇਹ ਜਿਹੜਾ ਮੇਰਾ ਗੁਰਸਿੱਖ ਹੈ, ਭਗਤ ਹੈ, ਉਸ ਨੂੰ ਮੈਂ ਇੱਕ ਅਜਿਹਾ ਪਰਮਾਰਥ ਦਾ ਮਾਰਗ ਦੇ ਦਿੱਤਾ ਹੈ ਜਿਸ ਦੇ ਵਿੱਚ ਹੋਰ ਕੋਈ ਰਸਤਾ ਰਹਿ ਜਾਂਦਾ ਹੀ ਨਹੀਂ। ਇੱਕੋ ਮਿਲਣੀ ਹੈ ਆਤਮਾ ਤੇ ਪਰਮਾਤਮਾ ਦੀ, ਪਰਮਾਤਮਾ ਤੇ ਆਤਮਾ ਦੀ, ਆਤਮਾ ਤੇ ਪਰਮਾਤਮਾ, ਪਰਮਾਤਮਾ ਤੇ ਆਤਮਾ। ਆਤਮਾ ਆਪਣੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦੀ ਹੈ ਤੇ ਪਰਮਾਤਮਾ ਫਰਮਾਉਂਦੇ ਨੇ, ਇਹ ਆਤਮਾ ਤੂੰ ਮੇਰੀ ਹੈ, ਜੇ ਮੇਰੀ ਹੈ ਤੇ ਮੇਰੀ ਹੀ ਰਹਿਣਾ। ਇਹ ਜੈਕਾਰਾ 5 ਵਾਰ ਇਸ ਕਰਕੇ ਬੋਲਿਆ ਜਾਂਦਾ ਹੈ, ਐ ਭਗਤ ਆਤਮਾ, ਐ ਗੁਰਸਿੱਖ, 5 ਤੱਤ ਦਾ ਤੂੰ ਜੀਵ ਹੈ। ਹਰ ਜੀਵ ਪ੍ਰਾਣੀ 5 ਤੱਤਾਂ ਦਾ ਬਣਿਆ ਹੋਇਆ ਹੈ। ਅਪ ਤੇਜ ਵਾਯ ਪ੍ਰਿਥਵੀ ਆਕਾਸ਼। 5 ਤੱਤਾਂ ਦੇ ਲੈਣੇ ਦੇਣੇ ਨੂੰ ਖਤਮ ਕਰਨ ਵਾਸਤੇ ਜਿਨ੍ਹਾਂ ਗੁਰਮੁਖਾਂ ਨੇ ਆਪਣੀ ਰਸਨਾ ਜੇਵਾ ਦੇ ਨਾਲ ਇੱਕ ਵਾਰ ਸੋਹੰਗ ਮਾਰਾਈ ਸ਼ੇਰ ਸੇ ਵਿਸ਼ਨੂੰ ਭਗਵਾਨ ਦੀ ਜੈ ਦਾ ਜੈਕਾਰਾ ਲਗਾ ਲਿਆ, ਉਹਨਾਂ ਨੂੰ ਦੁਬਾਰਾ ਸੰਸਾਰ ਵਿੱਚ ਜਨਮ ਨਹੀਂ ਲੈਣਾ ਪਵੇਗਾ। ਜਿਨ੍ਹਾਂ ਨੇ ਪ੍ਰਭੂ ਦੇ ਚਰਨਾਂ ਉੱਪਰ ਇੱਕ ਵਾਰ ਵੀ ਨਮਸਕਾਰ ਕਰ ਲਈ, ਸਰਬ ਹਰ ਸੰਗਤ ਜੀ, ਉਹਨਾਂ ਦੀ ਵੀ 84 ਕੱਟੀ ਗਈ। ਕਿਉਂਕਿ ਸ਼ਹਿਨशाह ਦਾ ਹੁਕਮ ਹੈ, ਜੀਂਦਿਆਂ ਜਗ ਜਾਣਾ ਜੀਤ, ਮਰਿਆਂ ਤੋਂ ਬਾਅਦ ਮਰਨ ਦੀ ਲੋੜ ਰਹਿ ਨਾ ਰਹੀਆ। ਜੋ ਸਿੱਖ ਹੈ, ਜੋ ਭਗਤ ਹੈ,
इस नूं फरमान की दिता परमात्मा ने? इष्ट एक मनना, निर्गुण जोत अकाल पुरख दा ही केवल इष्ट मनना, सतगुर केवल शब्द नहीं। मानवता नूं एक सच्चा संदेश दिता हजूर शहनशाह जी ने सर्व मानव जाति वास्ते। जदों के दिल्ली दे विच रामलीला ग्राउंड विच वर्ल्ड रिलीजियस कॉन्फ्रेंस हुई, उदों भी हजूर शहनशाह जी ने एक मानवता नूं सच्चा संदेश दिता कि जे अज कोई सच है, एक परमात्मा दा नाम सच है, बिना धर्म तो होर कुछ नहीं जे सच। किसनूं देख रहे जो तुसी? तुसी अपने गुसाई नूं प्रतख देखो जो तुहाडे सामने खड़ा है। परमात्मा ने कोई पर्दा ओला नहीं रखिया। परमात्मा ने पर्दा ओला रख के एक साइड ते कि आओ गुरमुखो मैं तुहाडा भगवान ते तुसी मेरे भगत जो। की कदी इस तो पहला कदी इहो जिहा समा आया कि तुरदा फिरदा भगवान मौजूद होके मात लोक विच अपनी खेल कीती? परमात्मा ने मौजूद होके मात लोक विच अपनी खेल कीती। परमात्मा ने सब दे लेने देने पूरे कीते। सरबहर संगत जी ਇਹ ਉਹ ਸਮਾਂ ਸੀ ਤੇ ਅੱਜ ਵੀ ਇਹ ਸਮਾਂ परमात्मा दे विच कदी अंतर नहीं आ रहा। जदों अंतर आउंदा जीव दी सोच दे विच आउंदा, कदी परमात्मा दे उस गल दे विच कदी अंतर नहीं आया। परमात्मा हर जगह सुभाईमान है। परमात्मा दा फरमान की, परमात्मा दा संदेश की है? सर्व मानव जाति दा सत्कार करना, जातां पातां तो ऊपर उठ के धर्म दी निरपक्षता रख लेनी, क्योंकि परमात्मा कदी किसी शरा विच नहीं आया। परमात्मा ला शरा है, कदी शरा दे विच आया ही नहीं। जे भगवान ला शरा है ते भगत भी ला शरा है। भगत दा एक मार्ग है अपने परमात्मा दे हुक्म ते चलना। भगत दा एक इष्ट है अपने परमात्मा ऐसे रूप विच मनना, हे परमेश्वर तू मेरा ते मैं तेरा। सरबहर संगत जी परमेश्वर ने हसत ते नफरत दा हुक्म ता किसे गुरसिख विच हसत ते नफरत ना होवे। मैं मानवता नूं सच्चा संदेश दिना हां, सर्व मानव जाति दा सत्कार करना। सरबहर संगत जी सच दा मार्ग दिता, सत दा मार्ग दिता। परमेश्वर ने परमार्थ दे मार्ग नूं एक अजिहे रूप विच संसार विच चलाया जिसदा अज कोई सानी हो सकदा नहीं। परमात्मा दियां दसियां होइयां सिक्खियां कि ऐ जो मेरा सिख है वो मेरे द्वारे दा एक ऐसे रूप दे विच पखारी हो जावे। असी जदों भी परमात्मा दे द्वारे ते जांदे हां, कुछ ना कुछ ते गुरसिख मंगदा है अपने परमात्मा तो, पर परमात्मा कोलों मंगना की चाहिदा है? हे भगवान सानू अपने चरना दी प्रीत दे दो। सरबहर संगत जी परमात्मा ने अपनी जोत दा प्रकाश हर हिरदे दे विच रखिया। हर हिरदे विच परमात्मा ने अपना प्रकाश दिता। किस रूप विच? हो प्रकाशवान हो के साडी ज्योति नूं, साडी आत्मा नूं, साडे हंग नूं, साडे ब्रह्म नूं अपने चरना दे तारनी बना लिया। हजूर शहनशाह जी ने कहा कि गुरसिखो एक मानवता दे रूप विच सब दा सत्कार करना, एक अजिहे रूप विच कि तुसी मात लोक विच एक गल दा संदेश दे सको कि असी उस भगवान दे बच्चे हां, इत्थे भी सच्चे ते उत्थे भी सच्चे। जो गुरसिख हुंदा है वो परमात्मा दे दर ते पखारी हुंदा है। जो गुरसिख हुंदा है वो परमात्मा दे चरना दे विच नीवा हुंदा है। जो भगत हुंदा है वो अपने परमात्मा दे हुक्म अनुसार चलदा है। जो गुरमुख हुंदा है वो अपने परमात्मा दा दर्शन करके एक ऐसे रूप दे विच अपनी अंतर आत्मा विच सत ते सच दा रूप धारण कर लैंदा। हे परमात्मा जे संसार दे विच मैनू मानस जन्म दे ही दिता ते मैं अज मेरे तन भाग ने कि परमात्मा तो मैनू मानस जन्म दिता है। परमात्मा दा दिता होया मानस जन्म सब नू एक बार मिलना, दोबारा किसी नू नहीं मिलना। इस जन्म मानस जन्म विच अपना प्रभु, अपना परमात्मा
ਇੱਕ ਪਰਵਿਰਦਗਾਰ ਇੱਕ ਐਸੇ ਰੂਪ ਵਿੱਚ ਦੇਖ ਲਿਆ, ਪ੍ਰਤੱਖ ਹੋ ਕੇ, ਸਾਖਾਤ ਹੋ ਕੇ, ਜਦੋਂ ਗੁਰਸਿੱਖ ਆਪਣੇ ਪਰਮੇਸ਼ਵਰ ਦਾ ਦਰਸ਼ਨ ਕਰ ਲੈਂਦਾ ਤੇ ਉਸ ਦੇ ਜੀਵਨ ਦੀ ਸਫਲਤਾ ਹੋ ਜਾਂਦੀ ਹੈ। ਸਰਬਹਰ ਸੰਗਤ ਜੀ, ਪਰਮਾਤਮਾ ਦਾ ਦਰਸ਼ਨ ਕਰਨਾ ਇੱਕ ਅਜਿਹੇ ਰੂਪ ਦੇ ਵਿੱਚ ਹੈ ਜਦੋਂ ਗੁਰਸਿੱਖ ਆਪਣੇ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਜਦੋਂ ਗੁਰਸਿੱਖ ਦੀ ਅੰਤਰ ਆਤਮਾ ਵਿੱਚ ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਂਦੀ ਹੈ, ਉਸ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰੋ। ਉਸ ਆਵਾਜ਼ ਨੂੰ ਇੱਕ ਐਸੇ ਰੂਪ ਦੇ ਵਿੱਚ ਸੁਣੋ ਕਿ ਕਿਉਂ ਪਰਮਾਤਮਾ ਦਾ ਫਰਮਾਨ, ਮੈਂ ਹਰ ਗੁਰਸਿੱਖ ਦੇ ਅੰਦਰ ਆਪ ਵਸਦਾ ਹਾਂ, ਮੈਂ ਤੁਹਾਡੀ ਅੰਤਰ ਆਤਮਾ ਵਿੱਚ ਆਪ ਆਸਣ ਲਾਉਣਾ ਹਾਂ। ਜੇਕਰ ਪਰਮਾਤਮਾ ਸਾਡੀ ਅੰਤਰ ਆਤਮਾ ਵਿੱਚ ਆਪਣਾ ਆਸਣ ਰੱਖਦਾ ਹੈ, ਸਾਡੀ ਅੰਤਰ ਆਤਮਾ ਦੀ ਸਵੱਛਤਾ ਚਾਹੀਦੀ ਹੈ, ਸਾਡੀ ਅੰਤਰ ਆਤਮਾ ਵਿੱਚ ਦ્વੈਸ਼ ਭਾਵਨਾ ਨਹੀਂ ਚਾਹੀਦੀ, ਸਾਡੇ ਵਿੱਚ ਹਸਦ ਨਹੀਂ ਚਾਹੀਦੀ, ਨਫ਼ਰਤ ਨਹੀਂ ਚਾਹੀਦੀ, ਈਰਖਾ ਨਹੀਂ ਚਾਹੀਦੀ। ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇੱਕ ਮਾਨਵਤਾ ਦਾ ਰੂਪ ਲੈ ਕੇ ਤੇ ਹਰ ਗੁਰਸਿੱਖ ਦੇ ਅੰਦਰ ਇੱਕ ਅਜਿਹਾ ਰੂਪ ਹੋਣਾ ਚਾਹੀਦਾ ਹੈ ਜਿਸ ਦੇ ਅੰਦਰ ਸੱਚ ਤੇ ਸੱਚ ਦੀ ਸਿੱਖਿਆ ਹੋਵੇ। ਪਰਮਾਤਮਾ ਨੇ ਜਾਤਾਂ ਪਾਤਾਂ ਨਹੀਂ ਬਣਾਈਆਂ। ਪਰਮਾਤਮਾ ਨੇ ਇਹ ਨਹੀਂ ਕਿਹਾ ਕਿ ਮੇਰਾ ਸਿੱਖ ਕਿਸੇ ਨਾਲ ਹਸਦ ਕਰੇ, ਨਫ਼ਰਤ ਕਰੇ। ਪਰਮਾਤਮਾ ਨੇ ਕਿਹਾ ਕਿ ਐ ਗੁਰਮੁਖੋ, ਇੱਕ ਮਾਤ ਲੋਕ ਵਿੱਚ ਤੁਹਾਡੀ ਨਿਸ਼ਾਨੀ ਹੋਣੀ ਚਾਹੀਦੀ ਹੈ, ਤੁਸੀਂ ਅਕਾਲ ਪੁਰਖ ਦੇ ਹੱਟ ਵਿੱਚ ਵਿਕੇ ਜੋ, ਇਸੇ ਕਰਕੇ ਤੁਹਾਨੂੰ ਚਿੱਟੇ ਬਸਤਰ ਪਹਿਨਾ ਦਿੱਤੇ। ਪਰਮੇਸ਼ਵਰ ਨੇ ਹੁਕਮ ਦੇ ਦਿੱਤਾ ਕਿ ਜੋ ਮੇਰਾ ਸਿੱਖ ਹੈ ਉਹ ਮੇਰੀਆਂ ਸਿੱਖਿਆ ਦੇ ਉੱਪਰ ਚੱਲੇ। ਪਰਮਾਤਮਾ ਦੀਆਂ ਸਿੱਖਿਆ ਕੀ ਹੈ? ਮੇਰਾ ਗੁਰਸਿੱਖ ਚਾਹ ਨਹੀਂ ਪੀਵੇਗਾ, ਮੀਟ ਸ਼ਰਾਬ ਆਂਡਾ ਆਦਿ ਵਸਤੂਆਂ ਦਾ ਸੇਵਨ ਨਹੀਂ ਕਰੇਗਾ। ਮੇਰੇ ਸਿੱਖ ਦੇ ਅੰਦਰ ਇੱਕ ਅਜਿਹਾ ਪਿਆਰ ਹੋਣਾ ਚਾਹੀਦਾ ਹੈ, ਇੱਕ ਪਰਮਾਤਮਾ ਪ੍ਰਤੀ ਅਜਿਹਾ ਸੰਦੇਹ ਹੋਣਾ ਚਾਹੀਦਾ ਹੈ ਕਿ हे ਪਰਮਾਤਮਾ, ਅੱਜ ਮੇਰੇ ਧੰਨ ਭਾਗ ਨੇ ਕਿ ਮੈਂ ਤੇਰੇ ਦਰਸ਼ਨ ਕਰ ਲੈਣੇ। ਪਰਮਾਤਮਾ ਦਾ ਦਰਸ਼ਨ ਸਰਬਹਰ ਸੰਗਤ ਜੀ, ਇਹ ਮਿਲਦਾ ਨਹੀਂ ਸਦਾ ਰੋਜ਼। ਪਰਮਾਤਮਾ ਦਾ ਦਰਸ਼ਨ ਸਦਾ ਰੋਜ਼ ਨਹੀਂ ਸੀ ਮਿਲਦਾ। 994 ਚੌਕੜੀ ਯੁੱਗ ਤੋਂ ਬਾਅਦ ਫਿਰ ਪਰਮਾਤਮਾ ਨੇ ਮਾਤ ਲੋਕ ਦੇ ਵਿੱਚ ਆਪਣਾ ਅਵਤਰੀਕਰਨ ਕਰਨਾ ਤੇ ਲੈਣੇ ਦੇਣੇ ਪੂਰੇ ਕਰਨੇ, ਕਿਉਂਕਿ ਪਰਮਾਰਥ ਦਾ ਮਾਰਗ ਇੱਕ ਅਜਿਹੇ ਰੂਪ ਵਿੱਚ ਹੈ ਜਿੱਥੇ ਸਭ ਦਾ ਲੈਣਾ ਦੇਣਾ ਦਿੱਤਾ ਗਿਆ। ਸਰਬਹਰ ਸੰਗਤ ਜੀ, ਜੇਕਰ ਅਸੀਂ ਇੱਕ ਛਿਨ ਪਰ ਲਈ ਸੋਚੀਏ ਕਿ हे ਪਰਮਾਤਮਾ, ਜੇ ਤੁਸੀਂ ਸਾਨੂੰ ਆਪਣੇ ਚਰਨਾਂ ਦੇ ਵਿੱਚ ਨਾ ਲਗਾਉਂਦੇ, ਅੱਜ ਸਾਡਾ ਜੀਵਨ ਕੀ ਹੁੰਦਾ? ਗੁਰਸਿੱਖ ਦਾ ਜੀਵਨ ਪਰਮਾਤਮਾ ਦੇ ਚਰਨਾਂ ਦੇ ਵਿੱਚੋਂ ਸ਼ੁਰੂ ਹੁੰਦਾ ਹੈ। ਗੁਰਸਿੱਖ ਦਾ ਜੀਵਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਾਪਤ ਹੁੰਦਾ। ਗੁਰਸਿੱਖ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ। ਜੇ ਗੁਰਸਿੱਖ ਦੀ ਹੋਂਦ ਹੈ, ਗੁਰਸਿੱਖ ਦੀ ਮਾਤ ਲੋਕ ਵਿੱਚ ਪਹਿਚਾਨ ਹੈ, ਉਹ ਆਪਣੇ ਪਰਮਾਤਮਾ ਕਰਕੇ ਹੁੰਦੀ ਹੈ। ਪਰਮਾਤਮਾ ਨੇ ਸਾਨੂੰ ਸੰਸਾਰ ਵਿੱਚ ਭੇਜਿਆ। ਕਿਉਂ ਭੇਜਿਆ? ਪਰਮਾਤਮਾ ਨੇ ਜੀਵਾਂ ਨੂੰ, ਭਗਤਾਂ ਨੂੰ ਸੰਸਾਰ ਵਿੱਚ ਇਸ ਕਰਕੇ ਭੇਜਿਆ ਕਿ ਐ ਮੇਰੀਆਂ ਆਤਮਾ, ਮੈਂ ਤੁਹਾਨੂੰ ਸੰਸਾਰ ਵਿੱਚ ਭੇਜ ਰਿਹਾ ਹਾਂ ਕਿ ਤੁਸੀਂ ਮੇਰੇ ਸਿਫਤੀ ਟੋਲੇ ਕਰੋ, ਤੁਸੀਂ ਮੇਰੀ ਸਿਫਤ ਕਰਨੀ ਕਿ हे ਪਰਮਾਤਮਾ, ਅੱਜ ਸਾਡੇ ਧੰਨ ਭਾਗ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ, ਅੱਜ ਅਸੀਂ ਤੁਹਾਡਾ ਦਰਸ਼ਨ ਕਰ ਰਹੇ ਹਾਂ। ਪਰਮਾਤਮਾ ਦਾ ਦਰਸ਼ਨ ਕੀਤਿਆਂ ਮਿਲਦਾ ਕੀ ਹੈ? ਤੇਰਾ ਦਰਸ ਕੀਤਿਆਂ ਦੀਨ ਦੁਨੀ ਤਰ ਜਾਵੇ, ਮਾਲਾ ਮਣਕੇ ਦੀ ਲੋੜ ਰਹੇ ਨਾ ਰਾਈਆ। ਪਰਮਾਤਮਾ ਦਾ ਦਰਸ਼ਨ ਕੀਤਿਆਂ ਸਰਬਹਰ ਸੰਗਤ ਜੀ, ਇੱਕ ਝਲਕ ਪਲਕ ਲਈ ਪਰਮਾਤਮਾ ਦਾ ਦਰਸ਼ਨ ਕਰ ਲੈ। ਇਸੇ ਕਰਕੇ ਪਰਮਾਤਮਾ ਨੇ ਆਪਣੇ ਸੀਸ ਦੇ ਉੱਪਰ ਪੰਚਮੁਖੀ ਤਾਜ ਨੂੰ ਸ਼ਿਸ਼ੋਭਤ ਕੀਤਾ ਕਿ ਇਸ ਦੇ ਵਿੱਚ ਮੈਂ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ। ਇੱਕ ਗੁਰਸਿੱਖ ਜੋ ਅਤੀ ਨਿਮਾਣਾ ਹੁੰਦਾ ਹੈ, ਅਸੀਂ ਪਰਮਾਤਮਾ ਦੇ ਦੁਆਰੇ ਤੇ ਜਦੋਂ ਨਮਸਤਕ ਹੁੰਨੇ ਹਾਂ, ਸਾਡੇ ਅੰਦਰ ਹਉਮੈ ਤੇ ਹੰਕਾਰ ਨਹੀਂ ਹੋਣਾ ਚਾਹੀਦਾ। ਇੱਕ ਐਸੇ ਰੂਪ ਦੇ ਵਿੱਚ ਨਮਸਕਾਰ ਹੋਣੀ ਚਾਹੀਦੀ ਹੈ ਕਿ ਪਰਮਾਤਮਾ ਸਾਡੀ ਨਮਸਕਾਰ ਪ੍ਰਵਾਨ ਕਰ ਲੈ। ਸਰਬਹਰ ਸੰਗਤ ਜੀ, ਹਰ ਇਨਸਾਨ ਜੇ ਅੱਜ ਸੱਤ ਤੇ ਸੱਚ ਦੇ ਮਾਰਗ ਤੇ ਆ ਜਾਵੇ, ਜੇ ਹਰ ਹਿਰਦੇ ਦੇ ਵਿੱਚ ਇੱਕ ਸੱਚ ਦੀ ਪ੍ਰਕਿਰਿਆ ਹੋ ਜਾਵੇ ਤੇ ਸ੍ਰਿਸ਼ਟੀ ਦੇ ਵਿੱਚ ਇੱਕ ਐਸੀ ਤਬਦੀਲੀ ਆ ਜਾਵੇਗੀ ਜਦੋਂ ਹਰ ਸਿੱਖ ਦੀ ਆਵਾਜ਼ ਹੋਵੇਗੀ, ਉਸ ਦੀ ਅੰਤਰ ਆਤਮਾ ਦੀ ਆਵਾਜ਼ ਹੋਵੇਗੀ, हे परमेश्वर तू मेरा ते मैं तेरा।
ਉੱਥੇ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਧਰਮ ਨਹੀਂ, ਕੋਈ ਸ਼ਰਾ ਨਹੀਂ, ਕੋਈ ਬੰਧਨ ਨਹੀਂ। ਉੱਥੇ ਇੱਕ ਆਵਾਜ਼ ਹੈ ਪਰਮਾਤਮਾ ਦੇ ਨਾਮ ਦੀ, ਇੱਕ ਆਵਾਜ਼ ਹੈ ਆਤਮਾ ਦੀ। ਆਤਮਾ ਆਪਣੇ ਪਰਮਾਤਮਾ ਨੂੰ ਪੁਕਾਰਦੀ ਹੈ, ਪਰਮਾਤਮਾ ਆਪਣੀ ਆਤਮਾ ਦੀ ਆਵਾਜ਼ ਸੁਣਦੇ ਨੇ। ਉਸ ਆਵਾਜ਼ ਨੂੰ ਸੁਣਨ ਦੀ ਅੱਜ ਵੀ ਕੋਸ਼ਿਸ਼ ਕਰੋ ਕਿ ਤੁਹਾਡੀ ਅੰਤਰ ਆਤਮਾ ਦੇ ਅੰਦਰ ਕੀ ਵਿਚਾਰਧਾਰਾ ਹੈ। ਇਹ ਨਹੀਂ ਕਿ ਅਸੀਂ ਬਾਹਰੋਂ ਪਰਮਾਤਮਾ ਦਾ ਨਾਮ ਲੈ ਲਈਏ, ਸਾਡੀ ਅੰਤਰ ਆਤਮਾ ਵਿੱਚ ਸੱਤ ਤੇ ਸੱਚ ਨਾ ਹੋਵੇ। ਜੇਕਰ ਅਸੀਂ ਪਰਮਾਤਮਾ ਦਾ ਨਾਮ ਆਪਣੀ ਰਸਨਾ ਜੇਵਾ ਤੋਂ ਬਾਹਰੀ ਰੂਪ ਵਿੱਚ ਲੈਂਦੇ ਹਾਂ, ਸਾਡੀ ਅੰਤਰ ਆਤਮਾ 'ਚ ਵੀ ਸੱਚ ਤੇ ਸੱਚ ਹੋਣਾ ਚਾਹੀਦਾ ਹੈ। ਪਰਮਾਤਮਾ ਨੂੰ ਕਦੀ ਦੋ ਰੂਪ ਪਸੰਦ ਨਹੀਂ ਕਿ ਮੇਰਾ ਗੁਰਸਿੱਖ ਬਾਹਰੋਂ ਚਿੱਟੇ ਬਸਤਰ ਪਹਿਨੇ ਤੇ ਅੰਦਰੋਂ ਉਸ ਦੇ ਅੰਦਰ ਸੱਤ ਤੇ ਸੱਚ ਨਾ ਹੋਵੇ। ਪਰਮਾਤਮਾ ਨੂੰ ਇੱਕੋ ਹੀ ਰੂਪ ਪਸੰਦ ਹੈ ਗੁਰਸਿੱਖ ਦਾ ਕਿ हे ਗੁਰਸਿੱਖ, ਤੇਰੀ ਅੰਤਰ ਆਤਮਾ ਵਿੱਚ ਸਵੱਛਤਾ ਹੋਵੇ, ਤੇਰੀ ਅੰਤਰ ਆਤਮਾ ਵਿੱਚ ਸੱਚ ਤੇ ਸੱਚ ਦਾ ਰੂਪ ਹੋਵੇ, ਤੇਰੇ ਹਿਰਦੇ ਵਿੱਚ ਮੈਂ ਵਸਿਆ ਹਾਂ। ਜਦੋਂ ਭਗਵਾਨ ਦਾ ਵਾਸ ਸਾਡੇ ਅੰਦਰ ਹੋ ਜਾਂਦਾ ਹੈ, ਫਿਰ ਸਾਡੀ ਹਉਮੈ ਹੰਕਾਰ ਖਤਮ ਹੋ ਜਾਂਦੀ ਹੈ। ਸਾਡੇ ਅੰਦਰ ਕੋਈ ਹੰਕਾਰ ਰਹਿੰਦਾ ਨਹੀਂ। ਪਰਮੇਸ਼ਵਰ ਨੇ ਸਰਬ ਹਰ ਸੰਗਤ ਨੂੰ ਸ਼ਬਦੀ ਜੈਕਾਰਾ ਦਿੱਤਾ, ਸੱਤ ਰੰਗ ਦਾ ਨਿਸ਼ਾਨ ਸਾਹਿਬ, ਸੱਤ ਯੁਗ ਤਾਰਾ ਦਾ ਪ੍ਰਤੀਕ ਦਿੱਤਾ। ਸੱਤ ਰੰਗ ਇਕੱਲੇ ਇਕੱਲੇ ਮਾਤ ਲੋਕ ਦੇ ਵਿੱਚ ਆਉਂਦੇ ਰਹੇ। ਸੱਤਾਂ ਰੰਗਾਂ ਨੇ ਫਰਿਆਦ ਕੀਤੀ, ਹੈ ਅਕਾਲ ਪੁਰਖ, ਸਾਨੂੰ ਸੱਤਾਂ ਰੰਗਾਂ ਨੂੰ ਮਾਤ ਲੋਕ ਵਿੱਚ ਲੇਖੇ ਲਾ ਲਓ। ਪਰਮੇਸ਼ਵਰ ਨੇ ਸਪਤਮ ਰਿਖੀਆਂ ਨੂੰ ਹੁਕਮ ਦਿੱਤਾ ਤੇ ਸੱਤ ਰੰਗ ਚੁਣ ਲਏ। ਉਹਨਾਂ ਸੱਤਾਂ ਰੰਗਾਂ ਨੂੰ ਮਾਤ ਲੋਕ ਵਿੱਚ ਮਾਣ ਦੇ ਦਿੱਤਾ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਏਕਮਕਾਰ, ਆਦ ਨਿਰੰਜਨ, ਅਬਨਾਛੀ ਕਰਤਾ, ਸ਼੍ਰੀ ਭਗਵਾਨ ਪਾਰ ਬ੍ਰਹਮ। ਪਰਮੇਸ਼ਵਰ ਨੇ ਸੱਤਾਂ ਰੰਗਾਂ ਨੂੰ ਮਾਣ ਦੇਤਾ। ਹਜੂਰ ਸ਼ਹਿਨशाह ਜੀ ਨੇ ਹਰ ਬਾਣੀ ਦੇ ਰੂਪ ਵਿੱਚ 24 ਗ੍ਰੰਥਾਂ ਦੀ ਰਚਨਾ ਕੀਤੀ, 24 ਅਵਤਾਰ ਹੋਣ ਦੇ ਰੂਪ ਵਿੱਚ। ਬੇਸ਼ੱਕ ਪਰਮਾਤਮਾ ਦੀ ਤਾਰ ਜੋਤ ਸ਼ਬਦ ਦੀ ਤਾਰ ਹੈ, ਪਰ ਪਰਮਾਤਮਾ ਨਿਰਗੁਣ ਹੈ, ਨਿਰੰਕਾਰ ਹੈ, ਜੋਤ ਸਰੂਪ ਹੈ, ਸ਼ਬਦ ਦੀ ਤਾਰ ਹੈ। ਪਰ ਜਿੰਨਾ ਚਿਰ ਪਰਮਾਤਮਾ ਆਪਣੇ ਸੱਤ ਸਰੂਪ ਨੂੰ ਮਾਤ ਲੋਕ ਵਿੱਚ ਇੱਕ ਅਜਿਹੇ ਰੂਪ ਵਿੱਚ ਪ੍ਰਗਟ ਤੇ ਪ੍ਰਸਿੱਧ ਨਹੀਂ ਕਰਦੇ, ਉਹਨਾਂ ਚਿਰ ਸਰਬ ਹਰ ਸੰਗਤ ਜੀ ਸਾਨੂੰ ਪਹਿਚਾਨ ਪਰਮਾਤਮਾ ਦੀ ਹੋ ਸਕਦੀ ਨਹੀਂ ਸੀ। ਬੇਪਹਿਚਾਨ ਪਰਮਾਤਮਾ ਨੇ ਮਾਤ ਲੋਕ ਦੇ ਵਿੱਚ ਆਪਣੀ ਪਹਿਚਾਨ ਦਿੱਤੀ। ਪਰਮਾਤਮਾ ਨੇ 24 ਗ੍ਰੰਥਾਂ ਦੀ ਰਚਨਾ ਕੀਤੀ, ਹਰ ਬਾਣੀ ਦੇ ਰੂਪ ਵਿੱਚ। ਸਰਬ ਹਰ ਸੰਗਤ ਜੀ ਉਹ ਹਰ ਬਾਣੀ ਜਿਹੜੀ ਪਰਾ ਪਸੰਦੀ ਮੱਧਮ ਬੈਖਰੀ ਤੋਂ ਉੱਪਰ ਦੀ ਤਾਰ ਹੈ, ਉਹ ਹਰ ਬਾਣੀ ਜੋ ਸ਼ਬਦ ਦੀ ਤਾਰ ਹੈ, ਕਿਉਂਕਿ ਸ਼ਬਦ ਦੀ ਵਿਆਖਿਆ ਕੀਤੀ ਜਾ ਨਹੀਂ ਸੀ ਸਕਦੀ। ਸ਼ਬਦ ਨਿਸ਼ ਅੱਖਰ ਹੈ, ਨਿਰ ਅੱਖਰ ਹੈ, ਨਿਰਾਕਾਰ ਹੈ। ਉਹ ਸ਼ਬਦ ਜੋ ਕਦੀ ਅੱਖਰੀ ਰੂਪ ਵਿੱਚ ਬਣਿਆ ਨਹੀਂ ਸੀ, ਪਰਮਾਤਮਾ ਨੇ ਆਪਣੀ ਕਿਰਪਾ ਆਪ ਕਰਕੇ ਸਰਬ ਹਰ ਸੰਗਤ ਜੀ ਹਰ ਬਾਣੀ ਦੇ ਰੂਪ ਵਿੱਚ 52 ਅੱਖਰੀ ਤੋਂ ਤਾਰ 24 ਗ੍ਰੰਥਾਂ ਦੀ ਰਚਨਾ ਕੀਤੀ। ਸਰਬ ਹਰ ਸੰਗਤ ਜੀ ਸਭ ਤੋਂ ਵੱਡੀ ਗੱਲ ਗੁਰਸਿੱਖ ਦੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ, ਗੁਰਸਿੱਖ ਦੇ ਅੰਦਰ ਪਰਵਾਸਾ ਹੋਣਾ ਚਾਹੀਦਾ। ਗੁਰਸਿੱਖ ਜੀਵੇ ਗੁਰ ਪਰਵਾਸੇ, ਗੁਰਸਿੱਖ ਦੇ ਅੰਦਰ ਪਰਮਾਤਮਾ ਦਾ ਵਿਸ਼ਵਾਸ ਹੋਣਾ ਚਾਹੀਦਾ। ਜੇਕਰ ਸਾਡੇ ਅੰਦਰ ਪਰਮਾਤਮਾ ਦਾ ਵਿਸ਼ਵਾਸ ਹੈ, ਕਦੀ ਪਾਸਾ ਨਾ ਆਵੇ ਹਾਰ ਦਾ, ਜਿਤੇ ਆਪਣੇ ਹੱਥ ਰਖਾਈਆ। ਗੁਰਸਿੱਖ ਦੇ ਅੰਦਰ ਇੱਕ ਵਿਸ਼ਵਾਸ ਹੋਣਾ ਚਾਹੀਦਾ ਹੈ ਆਪਣੇ ਪਰਮਾਤਮਾ ਦਾ, ਆਪਣੇ ਪ੍ਰਭੂ ਦਾ। ਸਰਬ ਹਰ ਸੰਗਤ ਜੀ ਉਹ ਪਰਮਾਤਮਾ ਜਿਸ ਤੇ ਮਿਲਣ ਦੀ ਆਸ ਹੋਣੀ ਚਾਹੀਦੀ ਹੈ, ਜਿਸ ਤੇ ਮਿਲਣ ਦੀ ਗਰਜ ਹੋਣੀ ਚਾਹੀਦੀ ਹੈ। ਗੁਰਸਿੱਖ ਦੀ ਅੰਤਰ ਆਤਮਾ ਵਿੱਚ ਅਜਿਹੀ ਪ੍ਰਕਿਰਿਆ ਹੋਣੀ ਚਾਹੀਦੀ ਹੈ। ਜੇਕਰ 42 ਲੱਖ ਜੂਨੀ ਨੂੰ ਪਰਮੇਸ਼ਵਰ ਨੇ ਧਰਤੀ ਉੱਪਰ ਤਾਰਿਆ, 42 ਲੱਖ ਜੂਨੀ ਨੂੰ ਜਲ ਦੇ ਵਿੱਚ ਤਾਰਿਆ, ਸਰਬ ਹਰ ਸੰਗਤ ਜੀ ਇਹ ਪਰਮੇਸ਼ਵਰ ਦੀ ਬੇਪਰਵਾਹੀ ਹੈ। ਇਸ ਦੇ ਵਿੱਚ ਜੀਵ ਦੀ ਆਪਣੀ ਕਰਨੀ ਕੋਈ ਹੈ ਹੀ ਨਹੀਂ। ਸਰਬ ਹਰ ਸੰਗਤ ਜੀ ਉਹ ਪਰਮੇਸ਼ਵਰ ਜਿਸਨੇ ਹੁਕਮ ਦਿੱਤਾ ਕਿ ਗੁਰਮੁਖੋ 184 ਵਿੱਚੋਂ ਮਾਨਸ ਜਨਮ ਉੱਤਮ ਤੇ ਸ੍ਰੇਸ਼ਟ ਹੈ, ਕਦੀ ਇਸ ਮਾਨਸ ਜਨਮ ਨੂੰ ਐਵੇਂ ਨਾ ਗਵਾ ਲਿਓ। ਇਹ ਮਾਨਸ ਜਨਮ ਤੁਹਾਨੂੰ ਮੈਂ ਇੱਕ ਐਸੇ ਰੂਪ ਵਿੱਚ ਦਿੱਤਾ ਹੈ ਜਿੱਥੇ ਕਿ ਤੁਹਾਡੀ ਅੰਤਰ ਆਤਮਾ ਦੀ ਆਵਾਜ਼ ਨੂੰ ਮੈਂ ਸੁਣਦਾ ਹਾਂ। ਸਰਬ ਹਰ ਸੰਗਤ ਜੀ ਉਹ ਆਵਾਜ਼ ਹੈ ਤੂੰ ਮੇਰਾ ਤੇ ਮੈਂ ਤੇਰਾ। ਸਰਬ ਹਰ ਸੰਗਤ ਜੀ ਗੁਰਸਿੱਖ ਦੀ ਅੰਤਰ ਆਤਮਾ ਵਿੱਚ ਇੱਕ ਆਸ ਹੁੰਦੀ, ਇੱਕ ਖਾਸ਼, ਇੱਕ ਉਮੰਗ ਹੁੰਦੀ ਹੈ। ਇੱਕੋ ਤੇਰੇ ਮਿਲਣ ਦੀ ਗਰਜ, ਦੂਜੀ ਆਸ ਨਾ ਕੋਈ ਤਕਾਈਆ। ਸਰਬ ਹਰ ਸੰਗਤ ਜੀ ਪਰਮਾਤਮਾ ਮਿਲਣ ਦੀ ਆਸ। ਧਰਤੀ ਕਦੀ ਬੋਲੀ ਨਹੀਂ ਸੀ, ਮਿੱਟੀ ਤੇ ਖਾਕ ਸੀ,
परमात्मा दी आमद ते धरती बोल उठी सर्व हर संगत जी। ऐसे दिल्ली दी धरती ते परमेश्वर ने अपने पवित्र चरना दी शो अनेकां वार क्यों दिती? पिछले लेख नूं संपूर्ण करने वास्ते हजूर शहनशाह जी ने अनेकां वार अपने पवित्र चरना दी शो दिती। सर्व हर संगत जी, परमेश्वर दे चरण जिन्हां दा गुरसिख नूं माण हुंदा है ते परमेश्वर ने हुक्म देता गुरसिखां नूं कि मैं उन्हां दा पिता माई हां जिन्हां नूं मेरे उत्ते माण है। जदों परमात्मा ते असीं माण रख लईए, परमात्मा अकाल पुरख ही साडा माता पिता है। अकाल पुरख ने ही साडे मात लोक विच दिते होए जन्म नूं आप सफल करना। असीं अपने जन्म नूं सफल आप कर सकदे नहीं। परमेश्वर ने सत्य ते सच दा मार्ग दिता। सर्व हर संगत जी, इसे करके हजूर शहनशाह जी ने फरमान किया रामलीला ग्राउंड विच कि तुसीं सामने देख लो, तुहाडा प्रतख गसाई खड़ा है। वो प्रतख रूप विच परमेश्वर आया जिसने सर्व हर संगत ने दर्शन किए। आओ उस परमात्मा दा जयकारा बोलिए जिस परमात्मा ने फरमान दिता, जन्म लिया तो दर्श किया, लेके जायो शाबाश, वेला गया हाथ ना आया। सर्व हर संगत जी, इस मानस जन्म नूं सफल करना, इस मानस जन्म विच परमेश्वर दे हुक्म दे विच रहना, परमात्मा दा हुक्म मनना सब तो वड्डी फकीरी हुंदी है। जेकर असीं परमात्मा दा हुक्म मनदे हां, अपनी अंतरात्मा विच परमात्मा नूं याद रखदे हां, फिर सानूं किसी गल दी जरूरत नहीं रह जाती। एक जरूरत रह जाती है कि परमात्मा तू सदा ही मेरे संग साथ रही, मैनू सदा ही तेरा साथ चाहिए है, क्योंकि परमात्मा ये दिता होया जन्म तेरा है। अज साडे तन पाग ने परमेश्वर तेरा दर्शन किया ते तेरे भगतां दा दर्शन किया। इस तो वड्डा संसार दे विच होर कोई गल बाकी रह जाती ही नहीं। इस दे नाल ही सर्व हर संगत जी, मैं परमेश्वर दे चरनां पासों खिमा मंगदी हाँ। कोई अल्फाज वध घट किया गया वे, अकाल पुरख दे चरनां विचों खिमा मंगदी हाँ, क्योंकि परमात्मा दी उस खेड नूं, निर्गुण निरंकार दी उस खेड नूं कोई अज तक समझ नहीं सकिया। जे परमात्मा तुठिया ते तुहाडे भगतां उपर तठिया। क्यों तुठिया? बिन पढ़िया दे ज्ञान। तुहानू पढ़न की जरूरत नहीं। बिन पढ़िया दे ज्ञान, बिन पढ़िया दे परमात्मा ने फरमान किया भगतो तुहानू पढ़न की जरूरत नहीं। क्यों? तेरा दर्श कीतिया दीन दुनी तर जावे। दर्श दे नाल ही तार दिता। गुरसिख जिहड़ा पढ़िया है, इको ही गल पढ़िया है कि परमात्मा मैं तेरा दर्शन अख प्रतख देखिया, खुली अख वेखिया भगवान। भगत खुशी मनाएंदा, भगतां ने खुली अख नाल भगवान नूं देखिया। इस दे नाल ही भगत नूं खुशी हुंदी है कि मैं परमात्मा दा ओ सिख हां जिसने अपने प्रभु दे चरनां उपर सच्ची नमस्कार कीती। इस दे नाल ही मैं खिमा भगवान दी सिंह विष्णु भगवान दी सिंह विष्णु भगवान दी सिंह विष्णु भगवान दी सिंह विष्णु भगवान